ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ। ਅੱਜ ਦਾ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ, ਤੇਰੀ ਮਹਿਮਾ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਛੱਡਦਾ ਨਹੀਂ, ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ। ਆਪਣੇ ਵਚਨ ਦੀਆਂ ਗੂੜ ਭੇਤ ਦੀਆਂ ਗੱਲਾਂ ਸਾਡੇ ਵਿੱਚ ਪ੍ਰਗਟ ਕਰਕੇ ਸਾਨੂੰ ਆਪਣੇ ਰਾਜ ਵਿੱਚ ਲੈ ਕੇ ਚੱਲਦਾ ਹੈ। ਉਸ ਦੇ ਲਈ ਧੰਨਵਾਦ। ਜਦੋਂ ਅੱਜ ਫੇਰ ਅਸੀਂ ਤੇਰੇ ਸ਼ਬਦ ਦੇ ਉੱਤੇ ਵਿਚਾਰ ਕਰਨ ਜਾ ਰਹੇ ਹਾਂ, ਉਚਾਰਨ ਕਰਨ ਜਾ ਰਹੇ ਹਾਂ, ਤਾਂ ਆਪਣੇ ਆਤਮਾ ਦੇ ਰਾਹੀਂ ਸਾਨੂੰ ਇਸ ਸੱਚਾਈ ਨੂੰ ਸਮਝਣ ਅਤੇ ਸਿੱਖਣ ਦੇ ਲਈ ਮਦਦ ਕਰੀ, ਜਿਸ ਦੇ ਨਾਲ ਅਸੀਂ ਇਸ ਸੰਸਾਰ ਦੇ ਪਰਮੇਸ਼ਵਰਤਾ ਵਿਚਾਰਾਂ ਤੋਂ ਬਚ ਕੇ ਪ੍ਰਭੂ ਦੀ ਮਹਿਮਾ ਦੇ ਵਿੱਚ ਅੱਗੇ ਵਧ ਸਕੀਏ ਔਰ ਪ੍ਰਭੂ ਦਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਇਹ ਸ਼ਬਦ ਹੈ ਜਿਹੜਾ ਸਾਨੂੰ ਦਿਨ ਪ੍ਰਤੀ ਦਿਨ ਤੇਰੇ ਪੁੱਤਰ ਮਸੀਹ ਯਸੂ ਦੇ ਵਿੱਚ ਜੀਵਨ ਦੇ ਕੇ ਆਪ ਦੇ ਸਵਰਗੀ ਰਾਜ ਵਿੱਚ ਲੈ ਕੇ ਚੱਲਦਾ ਹੈ। ਇਸ ਸਭ ਨੂੰ ਸਮਝਣ ਦੇ ਲਈ ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਆਪਣੀ ਤੌਫੀਕ ਦੇ ਕੇ ਪਰਮੇਸ਼ਵਰਤਾ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਲ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਵਚਨ ਦੇ ਵਿੱਚ ਫਿਰ ਮੈਂ ਆਪ ਦੇ ਨਾਲ ਰੂਬਰੂ ਹੋ ਰਿਹਾ ਹਾਂ। ਅਸੀਂ ਸ਼ਬਦ ਦੇ ਬਾਰੇ ਸਿੱਖਦੇ ਆ ਰਹੇ ਹਾਂ ਔਰ ਇਹ ਸ਼ਬਦ ਜਿਹੜਾ ਹੈ, ਇਸ ਨੂੰ ਦੁਨੀਆ ਕਿਸ ਤਰ੍ਹਾਂ ਲੈਂਦੀ ਹੈ ਔਰ ਅਸੀਂ ਕਿਸ ਤਰ੍ਹਾਂ ਲੈਂਦੇ ਹਾਂ, ਇਸ ਦੇ ਬਾਰੇ ਮੈਂ ਆਪ ਦੇ ਨਾਲ ਖੁਲਾਸਾ ਕਰ ਰਿਹਾ ਹਾਂ। ਪਹਿਲਾਂ ਅਸੀਂ ਯੂਨਾਨੀ ਅਤੇ ਯਹੂਦੀ ਦੇ ਵਿੱਚ ਦੇਖਿਆ ਕਿ ਸ਼ਬਦ ਉਹ ਕਿਸ ਤਰ੍ਹਾਂ ਉਚਾਰਨ ਕਰਦੇ ਨੇ, ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜਾ ਸ਼ਬਦ ਹੈ ਉਹ ਗੁਣਾਂ ਤੋਂ ਪਛਾਣਿਆ ਜਾਂਦਾ ਹੈ ਕਿ ਉਸ ਦੀ ਪਛਾਣ, ਉਸ ਦੀ ਸੁੰਦਰਤਾ, ਉਸ ਦੀ ਜੋ ਸਾਡੇ ਜੀਵਨ ਦੇ ਵਿੱਚ ਲਾਈਕਨੈਸ ਹੈ, ਮਤਲਬ ਕਿ ਪਸੰਦੀਦਾ ਹੈ, ਉਹ ਸਾਨੂੰ ਉਸ ਦੇ ਗੁਣਾਂ ਤੋਂ ਪਤਾ ਲੱਗਦੀ ਹੈ। ਫਿਰ ਉਸ ਸ਼ਬਦ ਦਾ ਨਾਮ ਜੋ ਬਾਈਬਲ ਦੇ ਵਿੱਚ ਉਚਾਰਨ ਕੀਤਾ ਗਿਆ ਅਲੱਗ-ਅਲੱਗ ਨਾਮਾਂ ਤੋਂ ਉਸ ਦੇ ਬਾਰੇ ਵੇਖਿਆ ਹੈ। ਔਰ ਅੱਜ ਅਸੀਂ ਵੇਖਣ ਜਾ ਰਹੇ ਹਾਂ ਯਹੋਨਾ 1-3 ਵਿੱਚ ਜਿਹੜਾ ਯਹੋਨਾ ਹੈ ਉਹ ਸ਼ਬਦ ਦੇ ਬਾਰੇ, ਉਸ ਦਾ ਕੀ ਉਚਾਰਨ ਹੈ, ਕੀ ਉਹ ਕਹਿਣਾ ਚਾਹੁੰਦਾ ਹੈ, ਉਸ ਦੇ ਬਾਰੇ ਅਸੀਂ ਦੇਖਾਂਗੇ। ਪਹਿਲਾਂ ਮੈਂ ਆਇਤ ਨੂੰ ਪੜ੍ਹਦਾ ਹਾਂ। ਆਦਿ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਹੈ ਸੀ। ਇੱਥੇ ਯਹੋਨਾ ਆਪਣੀ ਇੰਜੀਲ ਵਿੱਚ ਅਰਥਾਤ ਯਸੂ ਮਸੀਹ ਦੀ ਸੱਚੀ ਜੀਵਨੀ ਅਤੇ ਖੁਸ਼ਖਬਰੀ ਦਾ ਉਸ ਦਾ ਵੇਰਵਾ, ਯਸੂ ਨੂੰ ਸ਼ਬਦ, ਯੂਨਾਨੀ ਵਿੱਚ ਅਸੀਂ ਉਸ ਨੂੰ ਲੋਗਾਸ ਆਖਦੇ ਹਾਂ, ਆਖਣ ਦੇ ਦੁਆਰਾ ਉਸ ਦੀ ਸ਼ੁਰੂਆਤ ਕਰਦਾ ਹੈ। ਮੈਂ ਜਿਵੇਂ ਆਪ ਨੂੰ ਪਹਿਲਾਂ ਵੀ ਦੱਸ ਚੁੱਕਾ, ਯਹੋਨਾ ਦੀ ਸ਼ੁਰੂਆਤ ਇੱਕ ਬੜੇ ਅਦਭੁਤ ਢੰਗ ਦੇ ਨਾਲ ਕੀਤੀ ਗਈ ਔਰ ਇਹ ਬਾਕੀ 3 ਅੰਜੀਲਾਂ ਤੋਂ ਵੱਖਰੀ ਹੈ। ਔਰ ਇਸ ਦੇ ਬਾਕੀ ਅੰਜੀਲਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਕੀਤਾ ਗਿਆ ਔਰ ਨਾ ਇਸ ਨੂੰ ਆਪਣਾ। ਇਹਦਾ ਮਤਲਬ ਹੈ ਯਹੋਨਾ ਜੋ ਪ੍ਰਭੂ ਯਸੂ ਮਸੀਹ ਪਰਮੇਸ਼ਵਰ ਦਾ ਸ਼ਬਦ ਹੈ, ਉਸ ਨੂੰ ਬਹੁਤ ਉੱਚੇ ਅਹੁਦੇ ਦੇ ਨਾਲ ਉਸ ਦੀ ਰਚਨਾ ਨੂੰ ਪ੍ਰਗਟ ਕਰ ਰਿਹਾ ਹੈ। ਇਸ ਨੂੰ ਅਸੀਂ ਬੜੇ ਧਿਆਨ ਦੇ ਨਾਲ ਸਮਝਣਾ ਅਤੇ ਜਾਣਨਾ ਹੈ, ਕਿਉਂਕਿ ਉਹ ਪਹਿਲੀ ਗੱਲ ਕਹਿੰਦਾ ਆਦਿ ਵਿੱਚ ਸ਼ਬਦ ਸੀ। ਇਹ ਸ਼ਬਦ ਜਿਹੜਾ ਹੈ ਜੋ ਯਸੂ ਮਸੀਹ ਨੂੰ ਪ੍ਰਗਟ ਕਰ ਰਿਹਾ ਹੈ, ਉਹ ਇਹ ਪ੍ਰਗਟ ਕਰਦਾ ਹੈ ਕਿ ਇਹ ਸਿਰਲੇਖ ਇਸਤੇਮਾਲ ਕਰਨ ਦੇ ਦੁਆਰਾ ਯਹੋਨਾ ਯਸੂ ਨੂੰ ਪਰਮੇਸ਼ਵਰ ਦੇ ਨਿੱਜੀ ਸ਼ਬਦ ਵਜੋਂ ਪੇਸ਼ ਕਰਦਾ ਹੈ। ਨਿੱਜੀ ਮਤਲਬ ਮੇਰਾ ਆਪਣਾ, ਨਿੱਜੀ ਮਤਲਬ ਮੇਰਾ ਖਾਸ, ਨਿੱਜੀ ਮਤਲਬ ਸਭ ਤੋਂ ਉੱਤਮ ਅਤੇ ਸਭ ਤੋਂ ਪਿਆਰਾ। ਇਹਦਾ ਮਤਲਬ ਹੈ ਉਹ ਪਰਮੇਸ਼ਵਰ ਨੂੰ ਪਿਆਰ ਦੇ ਸਵਰੂਪ ਦੇ ਵਿੱਚ ਜਿਹੜਾ ਪਰਮੇਸ਼ਰ ਪੁੱਤਰ ਯਸੂ ਮਸੀਹ ਦੇ ਵਿੱਚ ਪ੍ਰਗਟ ਕੀਤਾ ਗਿਆ ਹੈ, ਉਸ ਦੇ ਰਾਹੀਂ ਉਸ ਦਾ ਉਚਾਰਨ ਕਰਦਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਯਹੋਨਾ ਯਸੂ ਨੂੰ ਜੋ ਪਰਮੇਸ਼ਰ ਦਾ ਨਿੱਜੀ ਸ਼ਬਦ ਵੱਲੋਂ ਜੋ ਪੇਸ਼ ਕਰਦਾ ਹੈ, ਜਿਸ ਦੇ ਰਾਹੀਂ ਪਰਮੇਸ਼ਰ ਨੇ ਸਭੋ ਵਸਤਾਂ ਹੋਂਦ ਵਿੱਚ ਲਿਆਂਦੀਆਂ ਹਨ, ਆਇਤ 3 ਵਿੱਚ ਅਸੀਂ ਦੇਖ ਸਕਦੇ ਹਾਂ। ਔਰ ਇਹ ਚੀਜ਼ਾਂ ਜੋ ਅਸੀਂ ਹੈ ਉਤਪਤ 1 ਅਧਿਆਏ ਦੇ ਵਿੱਚ ਉਸ ਨੂੰ ਕ੍ਰਮਬੱਧ ਤਰੀਕੇ ਦੇ ਨਾਲ ਉਸ ਦੀ ਸੰਰਚਨਾ ਨੂੰ ਦੇਖ ਸਕਦੇ ਹਾਂ। ਇਹ ਨਹੀਂ ਪਹਿਲਾਂ ਉਹਨੇ ਆਪਣਾ ਕੀ ਕਹਿੰਦੇ ਰਾਤ ਬਣਾਤੀ ਫਿਰ ਆਪਣਾ ਆਕਾਸ਼ ਮੰਡਲ ਬਣਾਇਆ, ਨਹੀਂ, ਸਿਸਟਮ ਦੇ ਨਾਲ ਜੋ ਜੋ ਚੀਜ਼ ਦੀ ਜ਼ਰੂਰਤ ਸੀ। ਇਹਦਾ ਮਤਲਬ ਪਹਿਲਾਂ ਹਨੇਰਾ ਸੀ
ਤਾਂ ਸਭ ਤੋਂ ਪਹਿਲਾਂ ਉਹਨੇ ਉਜਾਲਾ ਪ੍ਰਗਟ ਕੀਤਾ। ਸ਼ਬਦ, ਇਹਦਾ ਮਤਲਬ ਅਜਿਹਾ ਸ਼ਬਦ ਸੀ, ਸੱਚਾ ਸ਼ਬਦ ਸੀ, ਸਰਚਨਾ ਦਾ ਸ਼ਬਦ ਸੀ, ਜਿਸ ਨੂੰ ਕੋਈ ਵੀ ਇਸ ਦੁਨੀਆ ਦੇ ਵਿੱਚ ਨਹੀਂ ਸਮਝ ਸਕਦਾ ਸੀ, ਨਹੀਂ ਜਾਣ ਸਕਦਾ ਸੀ। ਉਸ ਨੂੰ ਪਰਮੇਸ਼ਰ ਨੇ ਸਾਡੇ ਵਿੱਚ ਪ੍ਰਗਟ ਕਰਨ ਦੇ ਲਈ ਆਪਣੇ ਆਪ ਨੂੰ ਮਨੁੱਖੀ ਰੂਪ ਦੇ ਵਿੱਚ ਮਸੀਹ ਯਸੂ ਦੇ ਨਾਲ ਮੁਜੱਸਮ ਹੋ ਕੇ ਪ੍ਰਗਟ ਕੀਤਾ। ਇਹ ਬੜੀ ਗਹਿਰੀ ਅਤੇ ਬੜੀ ਦਿਲਚਸਪ ਗੱਲ ਹੈ ਜਿਸ ਨੂੰ ਅਸੀਂ ਦੇ ਰਹੇ। ਬਾਈਬਲ ਇਹ ਵੀ ਪ੍ਰਗਟ ਕਰਦੀ ਹੈ ਕਿ ਪਰਮੇਸ਼ਰ ਆਪਣੇ ਪੁੱਤਰ ਰਾਹੀਂ ਸਾਡੇ ਨਾਲ ਬੋਲਿਆ। ਔਰ ਇਸ ਨੂੰ ਅਸੀਂ ਜਦੋਂ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਇਬਰਾਨੀਆਂ ਦੀ ਪੁਸਤਕ, ਉਸ ਦਾ ਜਦੋਂ 1 ਅਧਿਆਏ ਉਸ ਦੀ 1 ਤੋਂ 3 ਆਇਤਾਂ ਦੇ ਵਿੱਚ ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਉੱਥੇ ਇਬਰਾਨੀਆਂ ਦਾ ਲਿਖਣ ਵਾਲਾ ਲੇਖਕ ਕਹਿੰਦਾ ਹੈ, ਪਰਮੇਸ਼ਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ, ਸਾਡੇ ਵੱਡਿਆਂ ਦੇ ਰਾਹੀਂ ਅਤੇ ਕਈ ਹਿੱਸਿਆਂ ਵਿੱਚ ਕਈ ਤਰ੍ਹਾਂ ਨਾਲ ਗੱਲਬਾਤ ਕੀਤੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਵਸੀਲੇ ਉਸਨੇ ਜਹਾਨ ਵੀ ਰਚੇ। ਦੇਖੋ ਸ਼ਬਦ ਕਿੱਥੋਂ ਆ ਰਿਹਾ ਹੈ। ਲੇਖਕ ਕਹਿ ਰਿਹਾ ਹੈ ਉਸੇ ਦੇ ਦੁਆਰਾ ਉਸਨੇ ਜਹਾਨ, ਇਹਦਾ ਮਤਲਬ ਹੈ ਸਵਰਗ ਅਤੇ ਬ੍ਰਹਿਮੰਡ ਉਸੇ ਦੇ ਦੁਆਰਾ ਰਚੇ ਗਏ। ਇਹ ਸ਼ਬਦ ਹੈ, ਉਹ ਸ਼ਬਦ ਜਿਸ ਨੂੰ ਇਨਸਾਨ ਨਹੀਂ ਸਮਝ ਸਕਦਾ ਸੀ, ਜਿਸ ਨੂੰ ਨਹੀਂ ਸੀ ਜਾਣ ਸਕਦਾ। ਬਹੁਤ ਸਾਰੇ ਦਾਰਸ਼ਨਿਕ ਅੱਜ ਵੀ ਇਸ ਚੀਜ਼ ਦੀ ਖੋਜ ਕਰ ਰਹੇ ਆ, ਪਰ ਉਹਨਾਂ ਨੂੰ ਆਪਣੀ ਬੁੱਧ ਦੇ ਨਾਲ ਉਸ ਦੀ ਸੰਰਚਨਾ ਦਾ ਪਤਾ ਨਹੀਂ। ਜਦੋਂ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ ਕੇ ਉਸ ਦੀ ਖੋਜ ਕਰਦੇ ਆ ਤਾਂ ਉਹਨਾਂ ਨੂੰ ਵਾਸਤਵਿਕ ਸੱਚਾਈਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਸਨ। ਮੈਂ ਆਪ ਨੂੰ ਪਹਿਲਾਂ ਦੱਸ ਚੁੱਕਾ ਹਾਂ, ਇਹ ਉਹ ਸ਼ਬਦ ਹੈ ਜਿਸ ਦਾ ਸਰਵੋਤਮ ਗੁਣ ਪਵਿੱਤਰਤਾ ਹੈ। ਔਰ ਉਹ ਪਵਿੱਤਰ ਜਿਹੜਾ ਗੁਣ ਹੈ ਉਹ ਪਰਮੇਸ਼ਵਰ ਦਾ, ਉਹ ਪਵਿੱਤਰ ਗੁਣ ਲੈ ਕੇ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ, ਜਿਸ ਨੇ ਮੈਨੂੰ ਪਵਿੱਤਰ ਕਰਨ ਦੇ ਲਈ ਆਪਣਾ ਕੀਮਤੀ ਖੂਨ ਡੋਲ ਕੇ ਮੈਨੂੰ ਉਸ ਪਵਿੱਤਰਤਾ ਦੇ ਸ਼ਬਦ ਨਾਲ ਮਿਲਾਉਣ ਦੇ ਲਈ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦਿੱਤੀ। ਇਹ ਸ਼ਬਦ ਦਾ ਅਸਲੀ ਕਾਰਜ। ਇਹ ਉਹ ਸ਼ਬਦ ਨਹੀਂ ਹੈ ਜਿਹੜਾ ਕਿਸੇ ਨੇ ਦੇਤਾ ਤੇ ਅਸੀਂ ਉਹਦਾ ਕੰਠ ਕਰਨ ਬਹਿ ਗਏ। ਪਹਿਲਾਂ ਤਾਂ ਅਸੀਂ ਉਸ ਸ਼ਬਦ ਨੂੰ ਸਮਝਣਾ ਹੈ, ਇਹ ਸ਼ਬਦ ਹੈ ਕੀ, ਇਹ ਸ਼ਬਦ ਕਿੱਥੋਂ ਆਇਆ। ਇਹ ਸ਼ਬਦ ਨੇ ਇਸ ਦੁਨੀਆ ਦੇ ਵਿੱਚ ਕੀਤਾ ਕਿ ਜਦ ਤੱਕ ਅਸੀਂ ਸਹੀ ਮਾਇਨੇ ਨਾਲ ਉਸ ਦੀ ਖੋਜ ਨਹੀਂ ਕਰਦੇ ਹਾਂ, ਸਾਨੂੰ ਉਸ ਦਾ ਸਹੀ ਪ੍ਰਤੀ ਉੱਤਰ ਨਹੀਂ ਮਿਲ ਸਕਦਾ ਹੈ। ਉਸ ਪ੍ਰਤੀ ਉੱਤਰ ਨੂੰ ਜਾਣਨ ਦੇ ਲਈ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਯਹੋਨਾ ਦੱਸਦਾ ਹੈ ਕਿ ਇਹਨਾਂ ਅੰਤ ਦੇ ਦਿਨਾਂ ਦੇ ਵਿੱਚ ਉਸ ਨੇ ਪੁੱਤਰ ਦੇ ਰਾਹੀਂ ਸਾਡੇ ਨਾਲ ਗੱਲ ਕੀਤੀ, ਉਸੇ ਦੇ ਵਸੀਲੇ ਜਹਾਨ ਵੀ ਰਚੇ ਗਏ ਅਤੇ ਉਹ ਉਸ ਦੇ ਤੇਜ ਦਾ ਪ੍ਰਤੀਬਿੰਬ ਅਤੇ ਉਸ ਦੀ ਜਾਤ ਦਾ ਨਕਸ਼ ਹੋ ਕੇ, ਜਾਤ ਦਾ ਨਕਸ਼ ਹੋ ਕੇ। ਇਹਦਾ ਮਤਲਬ ਪਰਮੇਸ਼ਵਰ ਜਾਂ ਕਿਸੇ ਚੀਜ਼ ਦੀ ਉਹਦੀ ਜਾਤ ਨਹੀਂ ਹੈ, ਉਹਦੀ ਜਾਤ ਇੱਕੋ ਹੀ ਹੈ, ਪਵਿੱਤਰਤਾ। ਉਹਦਾ ਆਪਣਾ ਕਾਰਜ ਇੱਕੋ ਹੀ ਹੈ, ਪ੍ਰੇਮ। ਇਹ ਚੀਜ਼ ਇਸ ਜਗ੍ਹਾ ਦੇ ਉੱਤੇ ਕਹਿੰਦਾ ਪ੍ਰਤੀ ਨਕਸ਼ ਹੋ ਕੇ ਆਪਣੀ ਸਮਰੱਥਾ ਦੇ ਸ਼ਬਦ ਨਾਲ ਸਭਨਾ ਵਸਤਾਂ ਨੂੰ ਸੰਭਾਲ ਕੇ ਔਰ ਪਾਪਾਂ ਨੂੰ ਮਾਫ ਕਰਕੇ ਪਰਮ ਧਾਮ ਵਿੱਚ ਪਰਮੇਸ਼ਰ ਦੇ ਸਰਵ ਸ਼ਕਤੀਮਾਨ ਦੇ ਸੱਜੇ ਹੱਥ ਵਿਰਾਜਮਾਨ ਹੋਇਆ। ਇਹਦਾ ਮਤਲਬ ਜਦੋਂ ਸ਼ਬਦ ਦੀ ਸੰਰਚਨਾ ਦੇ ਬਾਰੇ ਯਹੋਨਾ ਲਿਖ ਰਿਹਾ ਹੈ ਤਾਂ ਉਹ ਦੱਸ ਰਿਹਾ ਹੈ ਕਿ ਇਹ ਸ਼ਬਦ ਜਿਹਨੇ ਅੱਜ ਦੇ ਦਿਨਾਂ ਦੇ ਵਿੱਚ, ਇਸ ਵਰਤਮਾਨ ਸਮੇਂ ਦੇ ਵਿੱਚ ਉਹ ਆਪਣੇ ਪੁੱਤਰ ਭਾਵ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਨਾਲ ਇਸ ਸਮੇਂ ਗੱਲ ਕਰ ਰਿਹਾ ਹੈ। ਜਦ ਯਿਸੂ ਖੁਦ ਘੋਸ਼ਣਾ ਕਰਦਾ ਹੈ ਕਿ ਉਸ ਨੇ ਆਪਣਾ ਸ਼ਬਦ ਸਿੱਧੇ ਪਰਮੇਸ਼ਰ ਤੋਂ ਪ੍ਰਗਟ ਕੀਤਾ ਹੈ ਤਾਂ ਅਸੀਂ ਇਸ ਨੂੰ ਜਦੋਂ ਵੇਖਦੇ ਹਾਂ ਤਾਂ ਯਹੋਨਾ 8:28 ਅਤੇ ਯਹੋਨਾ 14:24 ਵਿੱਚ ਵੀ ਅਸੀਂ ਇਸ ਨੂੰ ਵੇਖ ਸਕਦੇ ਹਾਂ। ਯਹੋਨਾ ਦੀ ਅੰਜੀਲ 8:28 ਜਿਸ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ
ਯਹੂਦੀਆਂ ਅਤੇ ਉਹਨਾਂ ਦੇ ਨਾਲ ਵਿਵਾਦ ਹੁੰਦਿਆਂ ਵੇਖ ਸਕਦੇ ਆ। ਇੱਥੇ ਉਹ ਕਹਿੰਦਾ ਹੈ ਕਿ ਇਸ ਲਈ ਮੈਂ ਤੁਹਾਨੂੰ ਆਖਿਆ ਸੀ, ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂ ਜੋ ਤੁਸੀਂ ਪ੍ਰਤੀਤ ਨਾ ਕਰੋ ਕਿ ਮੈਂ ਉਹ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ। ਜੇ ਤੁਸੀਂ ਪ੍ਰਤੀਤ ਹੀ ਨਹੀਂ ਕਰਦੇ ਕਿ ਯਿਸੂ ਮਸੀਹ ਉਹ ਹੈ, ਤਾਂ ਉਹ ਕਹਿੰਦਾ ਤੁਸੀਂ ਪਾਪਾਂ 'ਚ। ਇਹਦਾ ਮਤਲਬ ਜੇ ਉਸ ਸ਼ਬਦ ਦੀ ਪ੍ਰਤੀਤ ਜੋ ਯਿਸੂ ਮਸੀਹ ਆਇਆ ਹੈ, ਜਿਸ ਦੇ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਯਹੋਨਾ 1:14 ਦੇ ਵਿੱਚ ਸਵੈ ਯਹੋਨਾ ਲਿਖਦਾ ਹੈ ਕਿ ਸ਼ਬਦ ਦੇ ਧਾਰੀ ਹੋਇਆ। ਇਹਦਾ ਮਤਲਬ ਸ਼ਬਦ ਨੇ ਦੇ ਧਾਰੀ, ਕਿ ਉਹ ਇਹਦਾ ਮਤਲਬ ਇੰਗਲਿਸ਼ ਦੇ ਵਿੱਚ ਉਹਨੂੰ ਕ੍ਰੀਏਚਰ ਔਰ ਫਲੈਸ਼ ਸ਼ਬਦ ਕਰਕੇ ਉਸ ਨੂੰ ਪ੍ਰਗਟ ਕੀਤਾ ਗਿਆ। ਕ੍ਰੀਏਚਰ ਦਾ ਮਤਲਬ ਹੈ ਪ੍ਰਾਣੀ, ਉਹ ਪ੍ਰਾਣੀ ਜਿਨ੍ਹਾਂ ਦੇ ਵਿੱਚ ਲਹੂ ਹੈ, ਉਹ ਪ੍ਰਾਣੀ ਜਿਨ੍ਹਾਂ ਦੇ ਵਿੱਚ ਸਾਹ ਹੈ, ਉਹ ਪ੍ਰਾਣੀ ਜਿਨ੍ਹਾਂ ਦੇ ਵਿੱਚ ਪਾਣੀ ਹੈ, ਉਹ ਪ੍ਰਾਣੀ ਜਿਨ੍ਹਾਂ ਦੇ ਵਿੱਚ ਆਤਮਾ ਹੈ ਅਤੇ ਬੁੱਧ ਹੈ। ਇਹਦਾ ਮਤਲਬ ਉਹ ਸ਼ਬਦ ਦੇ ਧਾਰੀ ਹੋਇਆ ਔਰ ਉਹਦਾ ਲਿਖਿਆ ਹੈ ਕਿਰਪਾ ਅਤੇ ਸੱਚਾਈ ਦੇ ਨਾਲ। ਇਨਸਾਨ ਉਸਦੇ ਯੋਗ ਨਹੀਂ ਸੀ। ਕਿਰਪਾ ਸੱਚਾਈ, ਉਹ ਉਸ ਨੂੰ ਜਾਣਦਾ ਨਹੀਂ ਸੀ, ਉਹ ਸੱਚਾਈ ਉਸਦੇ ਮੂਹਰੇ ਆਈ ਹੈ। ਇਹ ਸ਼ਬਦ ਹੈ। ਇਸ ਸ਼ਬਦ ਦੇ ਬਾਰੇ ਜਦੋਂ ਯਹੋਨਾ ਸੋਚ ਰਿਹਾ ਹੈ, ਇਸ ਗੱਲ ਨੂੰ ਪ੍ਰਗਟ ਕਰ ਰਿਹਾ, ਉਸ ਤੋਂ ਬਾਅਦ ਮੈਂ 14:24 ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਸਭਨਾਂ ਸ਼ਬਦਾਂ ਦੀ ਪਾਲਣਾ ਨਹੀਂ ਕਰਦਾ, ਅਤੇ ਇਹ ਸ਼ਬਦ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ ਸਗੋਂ ਪਿਤਾ ਦਾ ਹੈ ਜਿਨ ਮੈਨੂੰ ਘੱਲਿਆ ਹੈ। ਇਹਦਾ ਮਤਲਬ ਸ਼ਬਦ ਪ੍ਰਗਟ ਕੀਤਾ ਗਿਆ ਔਰ ਹੋਇਆ ਕਿਹਦੇ ਵੱਲੋਂ? ਪਿਤਾ ਦੇ ਵੱਲੋਂ। ਇਸ ਚੀਜ਼ ਨੂੰ ਜਦ ਤੱਕ ਅਸੀਂ ਨਹੀਂ ਸਮਝਾਂਗੇ, ਸਾਨੂੰ ਸ਼ਬਦ ਦੀ ਸੰਰਚਨਾ ਹੀ ਸਮਝ ਨਹੀਂ ਆਏਗੀ। ਇਸ ਲਈ ਉਹ ਕਹਿੰਦਾ ਹੈ, ਬਾਈਬਲ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਯਿਸੂ ਮਸੀਹ ਪਰਮੇਸ਼ਵਰ ਦੇ ਮਕਸਦਾਂ ਨੂੰ ਸਮਝਣ ਅਤੇ ਪੂਰਾ ਕਰਨ ਵਿੱਚ ਸਾਡੀ ਸਹਾਇਤਾ ਕਰਦਾ ਹੈ। ਹਰ ਇੱਕ ਢੰਗ ਵਿੱਚ ਸਾਡੇ ਲਈ ਪਰਮੇਸ਼ਵਰ ਦੀ ਬੁੱਧੀ ਹੈ। ਮਤਲਬ ਸਮਝਣ ਦੇ ਲਈ ਪਰਮੇਸ਼ਵਰ ਦੀ ਬੁੱਧੀ। ਜਦੋਂ ਮੈਂ ਕਹਾਵਤਾਂ ਪੜ੍ਹਦਾ ਹਾਂ, ਉਹਦਾ 1:7 ਅਤੇ 9:10 ਸ਼ਬਦ, ਉਸ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਦਾ ਭੈ ਬੁੱਧ ਦੀ ਸ਼ੁਰੂਆਤ ਹੈ। ਇਹਦਾ ਮਤਲਬ ਪਰਮੇਸ਼ਰ ਨੇ ਬੁੱਧ ਜਿਹੜੀ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੈਨੂੰ ਅਤੇ ਆਪ ਨੂੰ ਦਿੱਤੀ ਹੈ। ਜਦੋਂ ਅਸੀਂ ਪਹਿਲਾ ਕੁਰਿੰਥੀਆਂ ਉਸ ਦਾ 1:30 ਪੜ੍ਹਦੇ ਹਾਂ ਤਾਂ ਉਸ ਵਿੱਚ ਇਸ ਸ਼ਬਦ ਦਾ ਉਚਾਰਨ ਕਿਸ ਤਰ੍ਹਾਂ ਕਰਦਾ ਹੈ, ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੈ ਹੋ, ਜਿਹੜਾ ਪਰਮੇਸ਼ਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਾਰਮਿਕਤਾ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਿਆ ਕਿ ਅਸੀਂ ਉਸ ਨੂੰ ਉਸ ਦੇ ਰਾਹੀਂ ਜਾਣ ਸਕੀਏ। ਉਸ ਤੋਂ ਬਾਅਦ ਅਸੀਂ ਅਫਸੀਆਂ 3:10 ਤੇ 11 ਪੜ੍ਹਦੇ ਹਾਂ, ਜਿਸ ਵਿੱਚ ਉਹ ਇਸ ਬੁੱਧੀ ਦੀ ਸੰਰਚਨਾ ਨੂੰ ਬੜੇ ਸਾਫ਼ ਰੀਤੀ ਨਾਲ ਲਿਖਦਾ। ਕਹਿੰਦਾ, ਭਾਈ ਹੁਣ ਕਲੀਸਿਆ ਦੇ ਰਾਹੀਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਤੇ ਅਖਤਿਆਰਾਂ ਉੱਤੇ ਪਰਮੇਸ਼ਵਰ ਦਾ ਨਾਨਾ ਪ੍ਰਕਾਰ ਦਾ ਗਿਆਨ ਪ੍ਰਗਟ ਕੀਤਾ ਜਾਵੇ। ਗਿਆਨ ਮਤਲਬ ਬੁੱਧੀ ਪ੍ਰਗਟ ਕੀਤੀ ਜਾਵੇ ਉਸ ਸਦੀਪਕ ਮਨਸ਼ਾ ਦੇ ਅਨੁਸਾਰ ਜਿਹੜੀ ਉਹਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਧਾਰੀ। ਸ਼ਬਦ ਬੜੇ ਅਦਭੁਤ ਰੀਤੀ ਦੇ ਨਾਲ, ਬੜੀ ਕਿਰਪਾ ਦੇ ਨਾਲ ਸਾਡੇ ਵਿੱਚ ਉਸਨੇ ਵਾਸ ਕੀਤਾ। ਲਿਖਾ ਵਾਸ ਕੀਤਾ, ਮਤਲਬ ਕਿ ਉਹਨੇ ਡੇਰਾ। ਵਾਸ ਦਾ ਮਤਲਬ ਹੈ ਰਹਿਣਾ। ਵਾਸ ਦਾ ਮਤਲਬ ਸਾਡੇ ਵਿੱਚ ਟਿਕ ਗਿਆ। ਪਵਿੱਤਰ ਆਤਮਾ ਆਇਆ, ਉਹ ਸਾਡੇ ਵਿੱਚ ਟਿਕ ਗਿਆ। ਹੁਣ ਉਹ ਵਾਪਸ ਨਹੀਂ, ਅਸੀਂ ਕਿਤੇ ਲਿਖ ਹੀ ਨਹੀਂ ਪੜਿਆ ਕਿ ਉਹ ਵਾਪਸ ਚਲਾ ਗਿਆ। ਇਹਦਾ ਮਤਲਬ ਸਾਡੇ ਵਿੱਚ ਹੈ ਉਹਦੀ ਬੁੱਧ, ਉਹਦਾ ਗਿਆਨ, ਉਹਦੀ ਸਮਝ, ਜੋ ਪਰਮੇਸ਼ਰ ਸਰੀਰ ਦੇ ਵਿੱਚ ਹੋ ਕੇ ਸਾਡੇ ਨਾਲ ਨਹੀਂ ਸੀ ਕਰ ਸਕਦਾ, ਹੁਣ ਪਵਿੱਤਰ ਆਤਮਾ ਦੇ ਵਿੱਚ ਸਾਡੇ ਨਾਲ ਕਰ ਰਿਹਾ। ਉਹ ਸ਼ਬਦ ਪਵਿੱਤਰ ਆਤਮਾ। ਫਿਰ ਉਹ ਆਪਣਾ ਇਸ ਚੀਜ਼ ਨੂੰ ਕਿਸ ਤਰ੍ਹਾਂ ਪ੍ਰਗਟ ਕਰਦਾ ਹੈ ਕਿ ਇਸ ਦੇ ਨਾਲ ਹੀ ਸ਼ਬਦ ਯਿਸੂ ਨੂੰ ਪਿਤਾ ਦੇ ਸੁਭਾਅ ਦੇ ਚਰਿੱਤਰ ਅਤੇ ਸਿੱਧ ਪ੍ਰਕਾਸ਼ ਅਤੇ ਪੇਸ਼ਕਾਸ਼ ਵਜੋਂ ਵਰਣਨ ਕਰਦਾ ਹੈ। ਇਸ ਗੱਲ ਨੂੰ ਅਸੀਂ ਯਹੋਨਾ 3:5 ਦੇ ਵਿੱਚ ਪੜ੍ਹ ਸਕਦੇ ਹਾਂ ਔਰ ਅਸੀਂ ਦੇਖਿਆ ਹੈ।
ਔਰ ਇੱਥੇ ਇਸ ਚੀਜ਼ ਦੇ ਬਾਰੇ ਵੀ ਪ੍ਰਗਟ ਕਰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਉਹ ਮਨੁੱਖੀ ਰੂਪ ਵਿੱਚ ਪਰਮੇਸ਼ਵਰ ਹੈ। ਠੀਕ ਜਿਵੇਂ ਕਿ ਇੱਕ ਵਿਅਕਤੀ ਦੇ ਸ਼ਬਦ ਉਸ ਦੇ ਦਿਲ ਅਤੇ ਮਨ ਵਿੱਚ ਨੂੰ ਪ੍ਰਗਟ ਕਰਦੇ ਹਨ, ਸ਼ਬਦ ਪਰਮੇਸ਼ਵਰ ਦੇ ਦਿਲ ਅਤੇ ਮਨ ਨੂੰ ਪ੍ਰਗਟ ਕਰਦਾ ਹੈ। ਹੁਣ ਸ਼ਬਦ ਸ਼ਕਤੀਸ਼ਾਲੀ ਸ਼ਬਦ ਹੈ। ਮੈਂ ਇਹ ਸਮਝਦਾ ਹਾਂ ਜੋ ਸ਼ਬਦ ਬਾਈਬਲ ਦੇ ਵਿੱਚ ਆਰੰਭ ਦੇ ਵਿੱਚ ਪਰਮੇਸ਼ਵਰ ਦੇ ਭਗਤਾਂ ਦੇ ਮੁਖ ਦੇ ਵਿੱਚੋਂ ਨਿਕਲੇ, ਉਹ ਗੱਲ ਨੂੰ ਪੂਰਾ ਕਰਕੇ ਆਏ, ਉਹ ਵਾਪਸ ਨਹੀਂ ਮੁੜੇ। ਮੈਂ ਪਹਿਲਾਂ ਹੀ ਦੱਸ ਚੁੱਕਾ, ਪਰਮੇਸ਼ਵਰ ਦਾ ਸ਼ਬਦ ਇੰਨਾ ਸ਼ਕਤੀਸ਼ਾਲੀ ਹੈ ਕਿ ਉਹ ਪੱਥਰ ਅਤੇ ਬੜੀ ਬੜੀ ਚੱਟਾਨਾਂ ਨੂੰ ਤੋੜ ਸਕਦਾ ਹੈ। ਜਦੋਂ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਸੀ ਤੂੰ ਪਹਾੜ ਦੇ ਉੱਤੇ ਆ, ਤਾਂ ਅਸੀਂ ਦੇਖਦੇ ਹਾਂ ਕਿ ਉਹ ਧਰਤੀ ਆਲੇ ਦੁਆਲੇ ਸਾਰੇ ਕੰਬ ਰਹੀ ਸੀ ਅਤੇ ਉਹਦੇ 'ਚ ਕੰਪ ਕੱਪੀ, ਮਤਲਬ ਕਿ ਵਾਈਬ੍ਰੇਸ਼ਨ ਆ ਰਹੀ ਸੀ ਅੱਜ ਦੇ ਸਮੇਂ ਦੇ ਵਿੱਚ ਸਮਝਣ ਦੇ ਲਈ। ਔਰ ਇਸ ਗੱਲ ਨੂੰ ਅਸੀਂ ਦੇਖਦੇ ਹਾਂ ਕਿ ਯਹੋਨਾ ਸਾਨੂੰ ਸ਼ਬਦ ਜਿਹੜਾ ਹੈ ਮਸੀਹ ਯਸੂ, ਉਸ ਦੀਆਂ 3 ਮੁੱਖ ਵਿਸ਼ੇਸ਼ਤਾਵਾਂ ਦਿੰਦਾ ਹੈ। 3 ਮੁੱਖ ਵਿਸ਼ੇਸ਼ਤਾਵਾਂ ਦਿੰਦਾ ਹੈ। ਪਹਿਲੀ ਗੱਲ ਅਸੀਂ ਇੱਥੇ ਵੇਖਦੇ ਹਾਂ ਕਿ ਪਿਤਾ ਦੇ ਨਾਲ ਸੰਬੰਧ ਵਿੱਚ ਸ਼ਬਦ। ਪਹਿਲੀ ਗੱਲ, ਪਿਤਾ ਦੇ ਸੰਬੰਧ ਦੇ ਨਾਲ ਸ਼ਬਦ, ਉਸ ਨੂੰ ਅਸੀਂ ਪਹਿਲਾ ਊੜਾ ਭਾਗ ਦੇ ਵਿੱਚ ਕਰਕੇ ਵੇਖਦੇ ਹਾਂ ਕਿ ਮਸੀਹ ਸੰਸਾਰ ਦੀ ਸ੍ਰਿਸ਼ਟੀ ਤੋਂ ਪਹਿਲਾਂ ਪਰਮੇਸ਼ਵਰ ਦੇ ਸੰਗ ਸੀ। ਮਸੀਹ ਸੰਸਾਰ ਦੀ ਸ੍ਰਿਸ਼ਟੀ ਤੋਂ ਪਹਿਲਾਂ ਪਰਮੇਸ਼ਵਰ ਦੇ ਸੰਗ ਸੀ। ਇਸ ਨੂੰ ਅਸੀਂ ਸਮਝਣਾ ਹੈ ਤਾਂ ਕੋਲੋਸਾਂ 1:15 ਦੇ ਵਿੱਚ ਪੌਲਸ ਰਸੂਲ ਉਸ ਦਾ ਉਚਾਰਨ ਕਰਦਾ ਹੈ। ਇੱਥੇ ਕਹਿੰਦਾ ਹੈ ਉਹ ਅਲੱਖ ਪਰਮੇਸ਼ਵਰ ਦਾ ਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ। ਇਹਦਾ ਮਤਲਬ ਸਾਰੀ ਰਚਨਾ ਤੋਂ ਪਹਿਲਾਂ, ਇਹਦਾ ਮਤਲਬ ਪਰਮੇਸ਼ਵਰ ਦੇ ਨਾਲ ਸੀ। ਸ਼ਬਦ ਦੀ ਗੱਲ ਕਰਦਾ, ਉਹ ਸਦੀਪਕ ਕਾਲ ਤੋਂ ਆਦ ਤੋਂ ਅੰਤ ਤੋਂ ਬਿਨਾ ਪਰਮੇਸ਼ਰ ਪਿਤਾ ਤੋਂ ਵੱਖਰਾ, ਪਰ ਉਸ ਦੇ ਨਾਲ ਇੱਕ ਸਦੀਪਕ, ਇੱਕ ਰੂਪ ਸੰਬੰਧ ਵਿੱਚ ਹੋਂਦ ਵਿੱਚ ਇੱਕ ਸ਼ਖਸੀਅਤ ਸੀ। ਜੇ ਅਸੀਂ ਰਚਨਾ ਦੇ ਬਾਰੇ ਸਮਝੀਏ, ਰਚਨਾ ਜਿਹੜੀ ਕੀਤੀ ਗਈ ਹੈ ਪਰਮੇਸ਼ਵਰ ਨੇ, ਉਸੇ ਲਈ ਇੱਥੇ ਲਿਖਿਆ ਹੈ ਕਿ ਉਸਨੇ 6 ਦਿਨ ਵਰਕ ਕੀਤਾ ਹੈ। ਤੇ ਉਹ 6 ਦਿਨ ਜਿਹੜਾ ਵਰਕ ਕੀਤਾ ਹੈ ਉਹ ਆਸਾਨ ਨਹੀਂ ਹੈ। ਅਗਰ ਅਸੀਂ ਉਸ ਨੂੰ ਸਮਝੀਏ ਤਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਜਿਹੜਾ ਪੌਲਸ ਰਸੂਲ ਹੈ, ਪਤਰਸ ਹੈ, ਔਰ ਜੋ ਆਪਣਾ ਦਾਊਦ ਹੈ ਔਰ ਅਯੂਬ ਹੈ, ਜਦੋਂ ਇਸ ਦਾ ਉਚਾਰਨ ਕਰਦੇ ਕਹਿੰਦਾ ਪਰਮੇਸ਼ਵਰ ਦੀ ਨਜ਼ਰ ਵਿੱਚ ਇੱਕ ਦਿਨ 1000 ਵਰੇ ਆ। ਤੇ ਜਦੋਂ ਮੈਂ ਦੇਖਦਾ ਤਾਂ 6000 ਸਾਲ ਤਾਂ ਰਚਨਾ ਦੇ ਵਿੱਚ ਦੇਖੇ ਗਏ, ਪਰ ਉਹ ਪਰਮੇਸ਼ਵਰ ਦੇ ਸ਼ਬਦ ਨੇ ਇੱਕ ਦਿਨ ਦੇ ਵਿੱਚ ਕਰ ਦਿੱਤੇ। ਪਰਮੇਸ਼ਵਰ ਲਈ ਕੋਈ ਔਖਾ ਨਹੀਂ। ਮੈਂ ਇਸੇ ਕਰਕੇ ਕਹਿੰਦਾ ਪਰਮੇਸ਼ਵਰ ਅਸੰਭਵ ਨੂੰ ਸੰਭਵ ਕਰਨ ਵਾਲਾ ਪਰਮੇਸ਼ਵਰ ਹੈ। ਉਹ ਸ਼ਬਦ ਅਜਿਹਾ ਸ਼ਬਦ ਹੈ ਜੋ ਬੋਲਦਾ ਹੈ ਉਹ ਹੋ ਜਾਂਦਾ ਹੈ। ਪਰਮੇਸ਼ਵਰ ਨੇ ਕਿਹਾ ਕਿ ਇਹ ਹੋ ਜਾਏ ਤਾਂ ਹੋ ਗਿਆ। ਪਰਮੇਸ਼ਵਰ ਨੇ ਕਿਹਾ ਥੰਮ ਜਾ ਤਾਂ ਥੰਮ ਗਿਆ। ਪਿਆਰੋ, ਇਹ ਮਨੁੱਖ ਦੇ ਸ਼ਬਦ ਨਹੀਂ ਹੈ। ਮਨੁੱਖ ਨੇ ਕਿਹਾ ਆ ਏਦਾਂ ਹੋ ਗਿਆ, ਇਹ ਮਨੁੱਖੀ ਸ਼ਬਦ ਨਹੀਂ ਹੈ, ਇਹ ਮਨੁੱਖੀ ਸ਼ਬਦ ਧਾਰਾ ਨਹੀਂ ਹੈ। ਮਨੁੱਖੀ ਸ਼ਬਦ ਦੇ ਨਾਲ ਕੁਝ ਨਹੀਂ ਹੋ ਸਕਦਾ ਹੈ। ਪਰ ਮਨੁੱਖ ਨੂੰ ਪਰਮੇਸ਼ਵਰ ਨੇ ਇਹ ਸ਼ਬਦ ਯਿਸੂ ਮਸੀਹ ਦਿੱਤਾ ਹੈ ਜਿਸ ਤੋਂ ਬਚਾਇਆ ਜਾਣਾ, ਕਿਉਂਕਿ ਉਹ ਕਹਿੰਦਾ ਹੈ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਨਾਮ ਦਿੱਤਾ ਗਿਆ ਹੈ ਜਿਸ ਤੋਂ ਬਚਾਇਆ ਜਾਣਾ। ਨਾਮ ਇੱਕ ਸ਼ਬਦ ਦਿੱਤਾ ਗਿਆ ਹੈ ਜਿਸ ਤੋਂ ਬਚਾਇਆ ਜਾਣਾ, ਅਰਥਾਤ ਮਸੀਹ ਯਿਸੂ। ਇਸ ਨੂੰ ਅਸੀਂ ਬੜੇ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਵਿੱਚ ਉਸ ਨੂੰ ਸਮਝਣਾ ਹੈ। ਫਿਰ ਉਹ ਕੀ ਕਹਿੰਦਾ ਹੈ ਇਸ ਦੇ ਨਾਲ? ਕਹਿੰਦਾ ਹੈ ਕਿ ਐੜਾ ਮਸੀਹ ਪਿਤਾ ਵਾਂਗੂ ਹੀ ਉਹ ਸੁਭਾਅ, ਚਰਿੱਤਰ ਅਤੇ ਯੋਗਤਾ ਰੱਖਦਾ ਹੋਇਆ ਈਸ਼ਵਰੀਏ ਸ਼ਬਦ ਪਰਮੇਸ਼ਰ ਹੈ ਸੀ। ਇਹ ਯਹੋਨਾ ਦਾ ਵਿਚਾਰ ਹੈ।
और ये यूहन्ना दा विचार जिहड़ा सी ये बड़ा अद्भुत विचार सी। और ये वो शब्द है जिहड़ा पूर्व अस्तित्व है अते यूहन्ना मसीह दे पूर्व अस्तित्व दी गल कह रहा है। मतलब कि पूर्ण अस्तित्व होंद दी गल कर रहा है। और कहता है जे काल तो शुरू होने तो पहला शब्द परमेश्वर दे नाल सी, जे परमेश्वर दा वचन अस्पष्ट प्रबंध दा एक अंश सी, तां इस दा अर्थ है कि परमेश्वर सदा ही यसु मसीह दे समान सी। ਇਹਦਾ मतलब ਹੁਣ ਅਸੀਂ ਇਹ ਸਮਝ ਗਏ ਹਾਂ ਆਦ ਵਿੱਚ ਸ਼ਬਦ ਸੀ। ਅਸੀਂ ਇਹ ਕਲੀਅਰ ਕਰ ਚੁੱਕੇ ਹਾਂ ਕਿ ਆਦ ਵਿੱਚ ਸ਼ਬਦ ਸੀ, मतलब परमेश्वर पुत्र प्रभु यसु मसीह। दूसरी गल करदा है संसार दे नाल संबंध शब्द परमेश्वर ने मसीह राही संसार नूं रचिया। इस नूं ਅਸੀਂ 3 आयत ਦੇ ਵਿੱਚ देख सकते हैं। कहंदा और शब्द परमेश्वर दे संग सी। एक चीज जो है ये बड़ी अद्भुत चीज है जो इस जगह के उत्ते कर रहा। इस दा अर्थ है कि यूहन्ना दा अर्थ है परमेश्वर अते वचन दे विच सदा निकटम, मतलब कि सदा घनिष्ठता दा नेड़े दा संबंध रहा है। दूसरे शब्दां विच कहिए तां असी ये कहांगे कि यसु अते परमेश्वर दे विच सदा नेड़े दा संबंध रहा है, गूढ़ता दा संबंध रहा है। तां इस दा अर्थ ये होया कि यसु नूं छड्ड होर कोई व्यक्ति अजिहा नहीं जो सानू बचा सकदा है ते दस सकदा है कि परमेश्वर किहो जिहा है। ਇਹਦਾ मतलब परमेश्वर दे संग ਉਹੀ प्रगट कर सकता है, कोई होर प्रगट नहीं कर सकता। ना होर किसी दे विच ये अपना क्वालिटीज है, होर किसी दे विच गुण है। सिर्फ यसु मसीह ते परमेश्वर दे इस गुण नूं प्रगट लगता है। और असी देखते हैं कि परमेश्वर दा प्रेम अते दिल अते मन किहो जिहा है। उस शब्द नूं असी यसु मसीह विच वेखदे हैं। परमेश्वर दा प्रेम अते दिल अते मन मनुखता दे लई वो चंगा है, माड़ा नहीं। परमेश्वर ने कदे भी मनुखता दे नाल बैर नहीं किया, उन्हें पाप दे नाल बैर किया। याद रखना, बाइबल दसदी है वो पाप दे नाल बैर करता है, पापी दे नाल नहीं, उन्होंने प्यार करता है। पर जो पश्चाताप कर लैंदा है तो उन्होंने अपना बना लैंदा है। ये शब्द है, ये शब्द है, जिहड़ा शब्द है जे उस दी मैं मनुखी एक उदाहरण आप नूं कहां कि जे असी किसी मनुख दे संबंध विच कुछ जानना चाहते हाँ कि वो वास्तव विच किस गल दे लई की सोचदा है अते की अनुभव करदा है, तां असी किसी अजिहे व्यक्ति को नहीं जांदे जो उस दी दूर तक जान पछाण वाला होवे, जां अजिहे व्यक्ति को नहीं जाते जो कुछ समय तो उसनू जानता है। पर अजिहे व्यक्ति को जाते हाँ जो उसनू सालों साल उसका मित्र रहा होवे अते उस दे जीवन दे नेड़े दियां गूढ़ तो गूढ़ गल्लां नू जानदा होवे। असी उस व्यक्ति दे लई जानन दे लई अजिहे व्यक्ति दे कोल जावांगे। और प्रभु यसु मसीह दे बारे तो मैं आप नूं दस दिंदा जिहड़ा परमेश्वर दे शब्द दी संरचना नूं एक मित्र बन के साडे विच प्रगट करके गया। बाणी दे विच लिखिया है यूहन्ना दी अंजील 15 अध्याय उस दी असी जदों 13 आयतां दे विच जांदे हां उस दी 15 आयत दे विच जांदे हां तां कहंदा है कि मैं एक मित्र बन के तुहानू स्वर्ग का सारा भेत दे दिता है। मैं पिता दी सारी सच्चाई तुहाडे अगे खोल के रख दी है। हुण तुहाडा विचार है कि तुसी उस शब्द दे उत्ते विश्वास करना है या नहीं।
ਉਹ ਸ਼ਬਦ ਜਿਹੜਾ ਪਰਮੇਸ਼ਵਰ ਦੇ ਸੰਗ ਸੀ, ਉਸ ਦੇ ਉੱਤੇ ਵਿਸ਼ਵਾਸ ਕਰਨਾ ਤੁਹਾਡਾ ਕਰਤੱਵ ਹੈ ਜਾਂ ਨਹੀਂ, ਇਸ ਗੱਲ ਨੂੰ ਤੁਸੀਂ ਜਾਣਾ। ਪਰ ਉਸ ਦਾ ਜਿਹਦਾ ਪਿਤਾ ਦੇ ਨਾਲ ਗੂੜ ਸੰਬੰਧ ਸੀ, ਜਿਹਦਾ ਪਿਤਾ ਦੇ ਨਾਲ ਇੱਕ ਗਹਿਰਾ ਰਿਸ਼ਤਾ ਸੀ, ਉਸ ਨੇ ਪਿਤਾ ਦੇ ਸਾਰੇ ਭੇਤ ਨੂੰ ਮੇਰੇ ਅਤੇ ਆਪ ਦੇ ਵਿੱਚ ਪ੍ਰਗਟ ਕਰਕੇ ਰੱਖ ਦਿੱਤਾ ਹੈ। ਇਸ ਗੱਲ ਨੂੰ ਅਸੀਂ ਸਮਝਣਾ ਹੈ। ਜਦ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ, ਉਦੋਂ ਤੱਕ ਅਸੀਂ ਕਦੇ ਵੀ ਪਰਮੇਸ਼ਵਰ ਦੇ ਸ਼ਬਦ ਦੀ ਸੰਰਚਨਾ ਨੂੰ, ਜਿਹੜਾ ਸੱਚਾ ਹੈ, ਜਿਹੜਾ ਪਵਿੱਤਰ ਹੈ, ਜਿਹੜਾ ਪ੍ਰੇਮ ਕਰਨ ਵਾਲਾ ਹੈ, ਜਿਹੜਾ ਸ਼ਾਂਤੀ ਦੇਣ ਵਾਲਾ ਹੈ, ਉਸ ਨੂੰ ਅਸੀਂ ਕਦੇ ਸਮਝ ਨਹੀਂ ਸਕਾਂਗੇ। ਔਰ ਉਸ ਨੂੰ ਪ੍ਰਗਟ ਕਰਨ ਵਾਲਾ ਮਾਤਰ ਇਸ ਸਮੇਂ ਦੇ ਵਿੱਚ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਹੈ। ਇੱਥੇ ਨਹੀਂ ਰੁਕਦਾ ਹੈ ਪਰਮੇਸ਼ਰ ਦਾ ਦਾਸ ਯਹੋਨਾ। ਉਹ ਦੱਸਦਾ ਹੈ ਕਿ ਕੁਝ ਅਜਿਹੀਆਂ ਗੱਲਾਂ ਯਹੋਨਾ ਯਿਸੂ ਦੇ ਸੰਬੰਧ ਵਿੱਚ ਵੀ ਦੱਸਦਾ ਹੈ। ਉਹ ਕਹਿੰਦਾ ਹੈ ਕਿ ਯਿਸੂ ਸਦਾ ਪਰਮੇਸ਼ਰ ਦੇ ਨਾਲ ਰਿਹਾ। ਅਸੀਂ ਮਾਨਵੀਏ ਮਨੁੱਖੀ ਭਾਸ਼ਾ ਦੇ ਸਿਵਾ ਹੋਰ ਕਈ ਭਾਸ਼ਾ ਦਾ ਪ੍ਰਯੋਗ ਨਹੀਂ ਕਰ ਸਕਦੇ। ਤਾਂ ਯਹੋਨਾ ਇਹ ਕਹਿ ਰਿਹਾ ਹੈ ਕਿ ਯਿਸੂ ਪਰਮੇਸ਼ਰ ਦੇ ਇੰਨੇ ਨੇੜੇ ਸੀ ਕਿ ਪਰਮੇਸ਼ਰ ਦੀ ਕੋਈ ਗੱਲ ਯਿਸੂ ਤੋਂ ਛੁਪੀ ਨਹੀਂ ਰਹੀ। ਮੈਂ ਆਪ ਨੂੰ ਪਹਿਲਾਂ ਦੱਸ ਚੁੱਕਾ ਹਾਂ, ਛੁਪੀ ਨਹੀਂ ਰਹੀ। ਯਹੋਨਾ ਦੀ ਅੰਜੀਲ 15 ਅਧਿਆਏ ਉਸ ਦੀ ਜਦੋਂ 15 ਆਇਤ ਨੂੰ ਪੜ੍ਹਦੇ ਹਾਂ, ਉਹਨੇ ਕਿਹਾ ਮੈਂ ਕੋਈ ਵੀ ਗੱਲ ਤੁਹਾਡੇ ਤੋਂ ਛੁਪਾ ਕੇ ਨਹੀਂ ਰੱਖੀ। ਇਸ ਲਈ ਇਸ ਸਮੇਂ ਸੰਸਾਰ ਵਿੱਚ ਯਿਸੂ ਹੀ ਇੱਕਮਾਤਰ ਮਨੁੱਖ ਹੈ ਜੋ ਸਾਨੂੰ ਇਹ ਪ੍ਰਕਾਸ਼ਿਤ ਕਰ ਸਕਦਾ ਹੈ ਕਿ ਪਰਮੇਸ਼ਰ ਕਿਹੋ ਜਿਹਾ ਹੈ ਅਤੇ ਸਾਡੇ ਪ੍ਰਤੀ ਪਰਮੇਸ਼ਰ ਦੀ ਭਾਵਨਾ ਕੀ ਹੈ, ਸਾਡੇ ਪ੍ਰਤੀ ਪਰਮੇਸ਼ਰ ਦੇ ਵਿਚਾਰ ਕਿਹੋ ਜਿਹੇ ਹੈ। ਸਿਰਫ ਯਿਸੂ ਹੀ ਪ੍ਰਗਟ ਕਰ ਸਕਦਾ ਹੈ। ਇਸ ਲਈ ਯਹੋਨਾ ਕਹਿੰਦਾ ਆਦ ਵਿੱਚ ਸ਼ਬਦ ਸੀ, ਉਹ ਸ਼ਬਦ ਪਰਮੇਸ਼ਵਰ ਦੇ ਸੰਗ ਸੀ। ਇਸ ਸ਼ਬਦ ਨੂੰ ਅਸੀਂ ਸਮਝ ਸਕਦੇ ਹਾਂ ਤਾਂ ਸਿਰਫ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਪਰਮੇਸ਼ਵਰ ਨੇ ਇੱਕ ਸੀਕਰਟ, ਇੱਕ ਭੇਤ ਮੈਨੂੰ ਅਤੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਰੂਪ ਵਿੱਚ ਦੇ ਦਿੱਤਾ ਹੈ। ਜਿਵੇਂ ਮੈਂ ਆਪ ਨੂੰ ਦੱਸਿਆ ਕਿ ਰਸੂਲਾਂ ਦੇ ਕਰਤੱਵ ਦੇ ਵਿੱਚ ਪਤਰਸ ਵੀ ਇਹ ਗੱਲ ਕਹਿੰਦਾ ਹੈ ਕਿ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਨਾਮ ਦਿੱਤਾ ਗਿਆ ਹੈ ਜਿਸ ਤੋਂ ਅਸੀਂ ਪਰਮੇਸ਼ਰ ਨੂੰ ਜਾਣ ਸਕਦੇ ਹਾਂ, ਜਿਸ ਤੋਂ ਅਸੀਂ ਪਰਮੇਸ਼ਰ ਦੇ ਪਿਆਰ ਨੂੰ ਸਮਝ ਸਕਦੇ ਹਾਂ, ਜਿਸ ਤੋਂ ਅਸੀਂ ਪਰਮੇਸ਼ਰ ਦੇ ਪਿਆਰ ਨੂੰ ਪਾ ਸਕਦੇ ਹਾਂ, ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ। ਮਾਤਰ ਪ੍ਰਭੂ ਯਿਸੂ ਮਸੀਹ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦੇ ਹੋ ਕਿ ਉਹ ਸ਼ਬਦ ਮਸੀਹ ਯਿਸੂ ਪਰਮੇਸ਼ਰ ਦੇ ਨਾਲ ਸੀ? ਜੇ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਸੱਚਮੁੱਚ ਪਰਮੇਸ਼ਰ ਦੇ ਭੇਤ ਦੀਆਂ ਗੱਲਾਂ ਉਸ ਦੇ ਵਚਨ ਦੇ ਰਾਹੀਂ ਜਾਣ ਸਕਦੇ ਹੋ। ਅੱਜ ਤੇ ਇਸ ਵਚਨ ਦੇ ਵਿੱਚ ਮੈਂ ਆਪ ਨੂੰ ਵਚਨ ਕੀ ਹੈ ਉਸ ਦੇ ਬਾਰੇ ਦੱਸਿਆ ਹੈ ਔਰ ਉਸ ਤੋਂ ਬਾਅਦ ਦੱਸਿਆ ਵਚਨ ਜਿਹੜਾ ਸ਼ਬਦ ਪਰਮੇਸ਼ਰ ਦੇ ਨਾਲ ਹੈ ਸੀ ਉਸ ਦੇ ਬਾਰੇ ਦੱਸਿਆ। ਕੱਲ ਮੈਂ ਆਪ ਨੂੰ ਦੱਸਾਂਗਾ ਇਹੋ ਪਰਮੇਸ਼ਰ ਦੇ ਨਾਲ ਸੀ, ਮਤਲਬ ਸ਼ਬਦ ਪਰਮੇਸ਼ਰ ਸੀ। ਕੱਲ ਅਸੀਂ 5ਵੇਂ ਪਾਠ ਦੇ ਵਿੱਚ ਆਪ ਦੇ ਨਾਲ ਇਸ ਗੱਲ ਦੇ ਵਿੱਚ ਰੂਬਰੂ ਹੋਵਾਂਗੇ। ਪ੍ਰਭੂ ਤਦ ਤੱਕ ਸਾਨੂੰ ਇਸ ਵਚਨ ਨੂੰ ਹੋਰ ਵੀ ਗਹਿਰਾਈ ਦੇ ਨਾਲ ਸਮਝਣ ਦੇ ਲਈ ਸਾਡੀ ਮਦਦ ਕਰੇ ਔਰ ਸਾਡੇ ਅੰਗ ਸੰਗ ਹੋਵੇ। ਜੈ ਮਸੀਹ ਦੀ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ।